एक केस मैं लैके आ रहे हैं यूनिवर्सिटी बिजनेस स्कूल MBA ਦੇ ਵਿੱਚ ਐਡਮਿਸ਼ਨ ਦਾ ਸੈਸ਼ਨ 2021-22 ਦਾ ਪਿਛਲੇ ਸਾਲ ਦਾ 2 ਸਾਲ ਦੀ MBA ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿਵੇਂ ਯੂਨੀਵਰਸਿਟੀ ਨੇ ਜਿਹੜੀਆਂ ਮਿਨੀਮਮ ਅਸੈਂਸ਼ੀਅਲ ਕੁਆਲੀਫਿਕੇਸ਼ਨ ਹੈ ਮਿਨੀਮਮ ਯੋਗਤਾ ਹੈ ਐਡਮਿਸ਼ਨ ਦੇ ਲਈ ਉਹਨੂੰ ਬਾਈਪਾਸ ਕਰਕੇ ਯੂਨੀਵਰਸਿਟੀ ਦੇ ਹੀ ਅਧਿਕਾਰੀ ਦੇ ਇੱਕ ਬੇਟੇ ਨੂੰ ਦਾਖਲ ਕਰ ਦਿੱਤਾ ਸੀ। ਜਦ ਕਿ ਦੋਸ਼ੀ ਲੱਗੇ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਇਸੇ ਡਿਪਾਰਟਮੈਂਟ ਦੇ ਪ੍ਰੋਫੈਸਰ ਡਾਕਟਰ ਬੀਨਾ ਸ਼ਰਮਾ ਦੇ ਬੇਟੇ ਗਰਵਿਤ ਸ਼ਰਮਾ ਦੀ ਐਡਮਿਸ਼ਨ ਹੋਈ ਹੈ ਔਰ ਉਹਨਾਂ ਦੇ ਤਿੰਨਾਂ ਦੇ ਵਿੱਚੋਂ ਇੱਕ ਕੰਪੋਨੈਂਟ ਦੇ ਵਿੱਚ 10% ਸਕੋਰ ਵੀ ਨਹੀਂ। ਡਾਕਾ ਪਾ ਰਹੀ ਹੈ ਯੂਨੀਵਰਸਿਟੀ ਦੇ ਅਧਿਕਾਰੀ, ਇਹ ਵਿਦਿਆਰਥੀਆਂ ਦੇ ਹਿੱਤਾਂ ਤੇ ਵੀ ਪਾਉਂਦੇ ਨੇ। UIT ਦੇ ਪ੍ਰੋਫੈਸਰ ਹਰੀਸ਼ ਕੁਮਾਰ ਨੇ ਕੋਈ ਜਿਨ੍ਹਾਂ ਨੇ ਐਲੀਜੀਬਿਲਟੀ ਕੈਲਕੂਲੇਟ ਕੀਤੀ ਸੀ। ਹੁਣ ਮੈਥਮੈਟਿਕਸ ਦੇ ਪ੍ਰਿੰਸੀਪਲਸ ਦੇ ਆਧਾਰ ਤੇ ਜੋ ਉਹਨਾਂ ਦੇ ਨੰਬਰ ਆਏ ਇਹ 9.53 ਬਣਦੇ ਨੇ, ਲੇਕਿਨ ਪ੍ਰੋਫੈਸਰ ਹਰੀਸ਼ ਕੁਮਾਰ UIT ਦੇ ਮੁਤਾਬਕ ਇਹ 10% ਤੋਂ ਵੱਧ ਮੰਨਦੇ ਨੇ। ਉਹ ਘੱਟ ਉਹਦਾ ਕੈਂਡੀਡੇਚਰ ਦੇਖਣ ਤੋਂ ਬਾਅਦ 10% ਤੋਂ ਘੱਟ ਐਡਮਿਸ਼ਨ ਦੇਣੀ ਹੀ ਸੀ ਤਾਂ ਐਡਵਰਟਾਈਜ਼ਮੈਂਟ ਦੇ ਵਿੱਚ ਅਮੈਂਡਮੈਂਟ ਕਰਕੇ ਓਪਨ ਕਰ ਦਿੰਦੇ ਪਬਲਿਕ ਨੂੰ ਕਿ ਦੇਸ਼ ਦਾ ਹਰ ਨਾਗਰਿਕ ਜਿਹਦੇ ਕੈਟ 'ਚ 10% ਤੋਂ ਵੀ ਘੱਟ ਉਹ ਵੀ ਅਪਲਾਈ ਕਰ ਸਕਦਾ, ਕਿਉਂਕਿ ਅਸੀਂ ਜਿਸ ਦੀ ਐਡਮਿਸ਼ਨ ਕਰਨੀ ਹੈ ਉਹਦੇ 10% ਤੋਂ ਘੱਟ ਨੇ ਉਹਨਾਂ ਨੂੰ ਘੱਟੋ ਘੱਟ ਅਪਲਾਈ ਕਰਨ ਦਾ ਮੌਕਾ ਤਾਂ ਦਿੱਤਾ ਜਾਂਦਾ। ਫੋਰਸਡ ਐਪਲੀਕੈਂਟਸ ਇਜ਼ ਨਾਟ ਅਵੇਲੇਬਲ ਵਿਦ UBS ਕਿ ਸਕੋਰ UBS ਕੋਲ ਹੈ ਹੀ ਨਹੀਂ। UBS ਦੇ ਵਿੱਚ ਦਾਖਲਾ ਹੋ ਰਿਹਾ ਤੇ UBS ਡਿਪਾਰਟਮੈਂਟ ਦੇ ਵਿੱਚ ਉਹਨਾਂ ਬੱਚਿਆਂ ਦਾ ਸਕੋਰ ਹੀ ਹੈ ਨਹੀਂ ਜੋ ਐਡਮਿਸ਼ਨ ਦੇ ਰਹੇ ਨੇ। ਜੇ ਉਹਨਾਂ ਨੂੰ ਹੀ ਰਿਕਾਰਡ ਨਹੀਂ ਦਿਖਾਇਆ ਜਾ ਰਿਹਾ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਦਾਲ 'ਚ ਕੁਝ ਕਾਲਾ ਹੈ ਜਾਂ ਦਾਲ ਹੀ ਕਾਲੀ ਹੈ। ਹੈਲੋ ਐਵਰੀਵਨ, ਦਿਸ ਇਜ਼ ਰਿਤਿਕਾ ਸਿਨਾਨਾ, ਵੈਲਕਮ ਟੂ PU ਪਲਸ। ਅਤੇ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਵੀ ਹਰ ਹਫਤੇ ਅਸੀਂ ਅਪਡੇਟਸ ਲੈ ਕੇ ਆਉਂਦੇ ਹਾਂ ਪੰਜਾਬ ਯੂਨੀਵਰਸਿਟੀ ਤੋਂ ਰਿਲੇਟਡ ਕਰਪਸ਼ਨ ਕੇਸਿਸ ਬਾਰੇ। ਅੱਜ ਫਿਰ ਸਾਡੇ ਨਾਲ ਮੌਜੂਦ ਨੇ RK ਸਿੰਗਲਾ ਜੀ। ਵੈਲਕਮ ਟੂ PU ਪਲਸ ਸਿੰਗਲਾ ਜੀ। ਅਤੇ ਜਿੱਦਾਂ ਅਸੀਂ ਡਿਸਕਸ ਕੀਤੇ ਕੇਸਿਸ ਬਾਰੇ, ਅੱਜ ਕਿਹੜਾ ਕੇਸ ਹੈ ਜਿਹੜਾ ਜਾਂ ਇਸ਼ੂ ਹੈ ਜਿਹਦੇ ਬਾਰੇ ਅਸੀਂ ਡਿਸਕਸ ਕਰਨ ਲੱਗੇ ਹਾਂ? ਜ਼ਿਆਦਾਤਰ ਜਿਹੜੇ ਕੇਸ ਅਸੀਂ ਲੈ ਕੇ ਉਹਦੇ ਵਿੱਚ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਅਸੀਂ ਦੋਸ਼ ਲਾਏ ਸੀ, ਚਾਹੇ ਉਹ ਸੀਮੈਂਟ ਘੁਟਾਲਾ ਹੋਵੇ ਗਵਨ ਦਾ ਜਾਂ ਫਿਰ ਕਿਵੇਂ ਰਿਟਾਇਰ ਹੋਣ ਦੇ ਬਾਵਜੂਦ ਵੀ ਪ੍ਰਿੰਸੀਪਲ ਚੱਲ ਰਹੇ ਨੇ। ਅੱਜ ਜਿਹੜਾ ਮੁੱਦਾ ਹੈ ਇਹਦੇ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜਾ ਡਾਕਾ ਪਾ ਰਹੀ ਹੈ ਯੂਨੀਵਰਸਿਟੀ ਦੇ ਅਧਿਕਾਰੀ ਇਹ ਵਿਦਿਆਰਥੀਆਂ ਦੇ ਹਿੱਤਾਂ ਤੇ ਵੀ ਪਾਉਂਦੇ ਨੇ। ਇਹਦੇ ਵਿੱਚ ਦਾਖਲੇ ਵੀ ਵੰਚਿਤ ਨਹੀਂ ਹੈ। ਇਸ ਦਾ ਇੱਕ ਕੇਸ ਮੈਂ ਲੈ ਕੇ ਆ ਰਹੇ ਹਾਂ ਯੂਨੀਵਰਸਿਟੀ ਬਿਜਨਸ ਸਕੂਲ MBA ਦੇ ਵਿੱਚ ਐਡਮਿਸ਼ਨ ਦਾ ਸੈਸ਼ਨ 2021-22 ਦਾ ਪਿਛਲੇ ਸਾਲ ਦਾ 2 ਸਾਲ ਦੀ MBA ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿਵੇਂ ਯੂਨੀਵਰਸਿਟੀ ਨੇ ਜਿਹੜੀਆਂ ਮਿਨੀਮਮ ਅਸੈਂਸ਼ੀਅਲ ਕੁਆਲੀਫਿਕੇਸ਼ਨ ਹੈ ਮਿਨੀਮਮ ਯੋਗਤਾ ਹੈ ਐਡਮਿਸ਼ਨ ਦੇ ਲਈ ਉਹਨੂੰ ਬਾਈਪਾਸ ਕਰਕੇ ਯੂਨੀਵਰਸਿਟੀ ਦੇ ਹੀ ਅਧਿਕਾਰੀ ਦੇ ਇੱਕ ਬੇਟੇ ਨੂੰ ਦਾਖਲ ਕਰ ਦਿੱਤਾ ਸੀ, ਦਾਖਲਾ ਦੇ ਦਿੱਤਾ ਸੀ। ਮੈਂ RT ਦੀਆਂ ਐਪਲੀਕੇਸ਼ਨਾਂ ਪਾ ਕੇ ਕਾਫੀ ਕੋਸ਼ਿਸ਼ ਕੀਤੀ ਕਿ ਸੱਚ ਬਾਹਰ ਆਵੇ, ਲੇਕਿਨ ਇਹ ਹਰ ਮੋੜ ਤੇ ਹਰ ਸੂਚਨਾ ਤੋਂ ਭੱਜਦੇ ਹੀ ਨਜ਼ਰ ਆਏ। ਇਹਦੇ 'ਚ ਬੇਸਿਕ ਸਿੱਧਾ ਜਿਹਾ ਸਵਾਲ ਹੈ ਕਿ ਪੰਜਾਬ ਯੂਨੀਵਰਸਿਟੀ ਦੀ MBA 2021-22 ਦੇ ਵਿੱਚ ਦਾਖਲੇ ਦੇ ਲਈ ਇੱਕ ਨੈਸ਼ਨਲ ਲੈਵਲ ਦਾ ਟੈਸਟ ਹੈ CAT। ਉਹਦੇ 3 ਕੰਪੋਨੈਂਟ ਹੁੰਦੇ ਨੇ, ਹਰ ਕੰਪੋਨੈਂਟ ਦੇ ਵਿੱਚੋਂ ਘੱਟੋ ਘੱਟ 10% ਅੰਕ ਹੋਣੇ ਜ਼ਰੂਰੀ ਸੀ। ਜਿਨ੍ਹਾਂ ਦੇ 10% ਅੰਕ ਨੇ ਉਹੀ ਅਪਲਾਈ ਕਰ ਸਕਦੇ ਨੇ, ਬਾਕੀ ਨਹੀਂ। ਇਹ ਐਲੀਜੀਬਿਲਟੀ ਕ੍ਰਾਈਟੀਰੀਆ ਸੀ। ਜਦ ਕਿ ਦੋਸ਼ੀ ਲੱਗੇ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਇਸੇ ਡਿਪਾਰਟਮੈਂਟ ਦੇ ਪ੍ਰੋਫੈਸਰ ਡਾਕਟਰ ਬੀਨਾ ਸ਼ਰਮਾ ਦੇ ਬੇਟੇ ਗਰਵਿਤ ਸ਼ਰਮਾ ਦੀ ਐਡਮਿਸ਼ਨ ਹੋਈ ਹੈ ਔਰ ਉਹਨਾਂ ਦੇ ਤਿੰਨਾਂ ਦੇ ਵਿੱਚੋਂ ਇੱਕ ਕੰਪੋਨੈਂਟ ਦੇ ਵਿੱਚ 10% ਸਕੋਰ ਵੀ ਨਹੀਂ। ਸੋ ਸਿੰਪਲ ਜਿਹਾ ਸਵਾਲ ਸੀ ਕਿ ਕੀ 10% ਸਕੋਰ ਜ਼ਰੂਰੀ ਨੇ, ਅਤੇ ਜੇ ਜ਼ਰੂਰੀ ਨੇ ਕਿ ਗਰਵਿਤ ਸ਼ਰਮਾ ਦੇ ਤਿੰਨੇ ਕੰਪੋਨੈਂਟਸ ਦੇ ਵਿੱਚ 10% ਸਕੋਰ ਹੈ ਜਾਂ ਨਹੀਂ, ਜਿਹਦੇ ਤੋਂ ਯੂਨੀਵਰਸਿਟੀ ਅੱਜ ਵੀ ਭੱਜਦੀ ਜਾ ਰਹੀ ਹੈ ਅਤੇ ਇੰਨੀਆਂ ਸ਼ਿਕਾਇਤਾਂ ਦੇ ਬਾਵਜੂਦ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਤੇ ਅੱਜ ਤੋਂ 2 ਸਾਲ ਪਹਿਲਾਂ ਵੀ ਜਦੋਂ ਪ੍ਰੋਟੈਸਟ ਕੀਤਾ ਗਿਆ ਅਤੇ ਇਸ ਇਸ਼ੂ ਨੂੰ ਉਠਾਇਆ ਗਿਆ ਸੀ ਅਤੇ ਉਦੋਂ ਕਿਉਂ ਇਸ ਬਾਰੇ ਗੱਲ ਨਹੀਂ ਹੋਈ ਜਾਂ ਐਕਸ਼ਨ ਕਿਉਂ ਕੀਤਾ ਗਿਆ? ਇਹ ਐਕਚੁਅਲੀ ਮੈਂ ਵੀ ਇਸ ਮਾਮਲੇ ਦੀ RT ਦੇ ਵਿੱਚ ਸੱਚਾਈ ਖੋਜਣ ਦੀ ਸ਼ੁਰੂਆਤ 3 ਸਤੰਬਰ 2021 ਦੇ ਵਿੱਚ ਕੀਤੀ ਸੀ। 3 ਸਤੰਬਰ 2021 ਨੂੰ ਮੈਂ ਪਹਿਲੀ RT ਐਪਲੀਕੇਸ਼ਨ ਪਾਈ। ਉਹਦੇ 'ਚ ਕੁਝ ਬੇਸਿਕ ਜਿਹੇ ਸਵਾਲ ਪੁੱਛੇ ਸੀ ਕਿ ਕੀ ਇਹ CAT ਦੇ ਟੈਸਟ ਦੇ ਹਰ ਕੰਪੋਨੈਂਟ ਦੇ ਵਿੱਚ 10% ਘੱਟੋ ਘੱਟ ਹੋਣਾ ਜ਼ਰੂਰੀ ਸੀ MBA 'ਚ ਐਡਮਿਸ਼ਨ ਲਈ। ਜੇ ਜ਼ਰੂਰੀ ਸੀ ਤਾਂ ਕੀ ਗਰਵਿਤ ਸ਼ਰਮਾ ਦੇ 10% ਸੀਗੇ? ਗਰਵਿਤ ਸ਼ਰਮਾ ਦਾ ਯੂਨੀਵਰਸਿਟੀ ਦੇ ਕਿਸੇ ਅਧਿਕਾਰੀ ਨਾਲ ਕੋਈ ਰਿਸ਼ਤਾ ਹੈ? ਜੇ ਹੈ ਤਾਂ ਕੀ ਰਿਸ਼ਤਾ? ਜਿਹੜੇ ਵੀ ਬੱਚਿਆਂ ਦੀ ਐਡਮਿਸ਼ਨ ਹੋਈ ਜਾਂ ਜਿਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਉਹਨਾਂ ਦੇ ਕੰਪੈਰੇਟਿਵ ਜਿਹੜਾ ਸਕੋਰ ਹੈ ਉਹ ਕੀ ਹੈ? ਇਹ ਸਵਾਲ ਪੁੱਛੇ ਸੀ ਅਤੇ ਇਹਨਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਨਾ ਕਰਤੀ। ਸਭ ਤੋਂ ਪਹਿਲੀ ਹੈਰਾਨੀ ਤਾਂ ਹੋਈ ਕਿ ਜਦੋਂ ਮੈਂ 3 ਸਤੰਬਰ ਨੂੰ RT ਐਪਲੀਕੇਸ਼ਨ ਪਾਈ, 1 ਮਹੀਨਾ ਨਿਕਲ ਗਿਆ, ਕੋਈ ਜਵਾਬ ਨਹੀਂ ਆਇਆ। ਫਿਰ ਮੈਂ ਉਸਦੀ ਫਸਟ ਅਪੀਲ ਪਾਈ। ਫਸਟ ਅਪੀਲ ਪਾਉਣ ਤੋਂ ਬਾਅਦ ਉਸ ਟਾਈਮ ਦੇ ਜਿਹੜੇ ਸੀਨੀਅਰ ਮੋਸਟ ਪ੍ਰੋਫੈਸਰ ਡਾਕਟਰ VR ਸਿਨਹਾ ਸੀ DUI, ਜਿਨ੍ਹਾਂ ਕੋਲ ਇਸ ਡਿਪਾਰਟਮੈਂਟ ਦਾ ਅਫੀਸ਼ੀਏਟਿੰਗ ਚੇਅਰਮੈਨ ਦਾ ਐਡੀਸ਼ਨਲ ਚਾਰਜ ਸੀ, ਉਹਨਾਂ ਦਾ ਜਵਾਬ ਆਇਆ ਕਿ ਨੰਬਰ 1 ਤਾਂ ਉਹਨਾਂ ਨੂੰ ਐਪਲੀਕੇਸ਼ਨ ਨਹੀਂ ਮਿਲੀ RT ਦੀ। ਨੰਬਰ 2, ਜਿਹੜੀ ਐਪਲੀਕੇਸ਼ਨ ਉਹਨਾਂ ਨੂੰ ਅਪੀਲ ਦੇ ਨਾਲ ਲੱਗੀ ਮਿਲੀ ਹੈ ਉਹਦੇ ਮੁਤਾਬਕ ਕੁਝ ਵੀ ਜਾਣਕਾਰੀ ਦੇਣੀ ਨਹੀਂ ਬਣਦੀ, ਕਿਉਂਕਿ ਇਹਦੇ ਵਿੱਚ ਕੋਈ ਵੀ ਪਬਲਿਕ ਹਿੱਤ ਸ਼ਾਮਲ ਨਹੀਂ ਹੈ। ਸੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਐਪਲੀਕੇਸ਼ਨ ਮਿਲੀ, ਉਹ ਇਸੇ ਚੀਜ਼ ਤੋਂ ਮੁੱਕਰ ਗਏ ਕਿ ਐਪਲੀਕੇਸ਼ਨ ਮਿਲੀ ਹੈ। ਦੂਸਰਾ ਕਹਿੰਦੇ ਜੇ ਮਿਲੀ ਵੀ ਹੈ ਤਾਂ ਵੀ ਕੁਝ ਇਨਫੋਰਮੇਸ਼ਨ ਦੇਣ ਦੀ ਜ਼ਰੂਰਤ ਨਹੀਂ।
ਫਿਰ ਮੈਂ ਇਸ ਤੋਂ ਬਾਅਦ 18 ਅਕਤੂਬਰ 2021 ਨੂੰ ਦੁਬਾਰਾ ਕੰਪਲੇਂਟ ਪਾਈ। ਉਸ ਟਾਈਮ ਦੇ ਆਫੀਸ਼ੀਏਟਿੰਗ ਰਜਿਸਟਰਾਰ ਡਾਕਟਰ ਆਪਣਾ ਵਿਕਰਮ ਨਈਅਰ ਜੋ ਐਫਡੀਓ ਸੀ ਕਿ ਤੁਸੀਂ ਇਸ ਮਾਮਲੇ ਦੀ ਇਨਕੁਆਇਰੀ ਕਰੋ। ਮੇਰੇ ਕੋਲ ਸਾਰੇ ਸਬੂਤ ਨੇ ਕਿ ਮੇਰੀ ਆਰਟੀ ਦੀ ਐਪਲੀਕੇਸ਼ਨ ਮਿਲੀ ਹੈ ਔਰ ਇਹ ਕਹਿ ਰਹੇ ਨਹੀਂ ਮਿਲੀ ਨਹੀਂ। ਸੋ ਸਭ ਤੋਂ ਵੱਡਾ ਸਵਾਲ ਤਾਂ ਇੱਥੇ 10% ਸਕੋਰ ਦਾ ਨਹੀਂ, ਇਹ ਹੋ ਗਿਆ ਕਿ ਜੇ ਯੂਨੀਵਰਸਿਟੀ ਦੇ ਅਧਿਕਾਰੀ ਆਰਟੀ ਦੀ ਐਪਲੀਕੇਸ਼ਨ ਰਿਸੀਵ ਕਰਨ ਤੋਂ ਬਾਅਦ ਐਪਲੀਕੇਸ਼ਨ ਹੀ ਮੁੱਕਰ ਜਾਣਗੇ ਕਿ ਉਹਨਾਂ ਨੂੰ ਮਿਲੀ ਨਹੀਂ, ਤਾਂ ਸੂਚਨਾ ਤਾਂ ਬਹੁਤ ਦੂਰ ਦੀ ਗੱਲ ਹੈ। ਅੱਜ 2 ਸਾਲ ਹੋ ਗਏ, ਨਾ ਤਾਂ ਇਸ ਚੀਜ਼ ਤੇ ਕੋਈ ਇਨਕੁਆਇਰੀ ਕਰਕੇ ਸਪਸ਼ਟ ਕੀਤਾ ਕਿ ਕੀ ਬਣਿਆ, ਉਹਨਾਂ ਨੂੰ ਐਪਲੀਕੇਸ਼ਨ ਮਿਲੀ ਜਾਂ ਨਹੀਂ। ਹਾਲਾਂਕਿ ਮੈਂ ਆਪਣੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਕੰਪਿਊਟਰ ਡਿਪਾਰਟਮੈਂਟ ਦੇ ਵਿੱਚ ਆਰਟੀ ਪਾ ਕੇ ਸਾਬਤ ਕਰਤਾ ਕਿ ਐਪਲੀਕੇਸ਼ਨ ਮਿਲੀ ਸੀ ਔਰ ਡਾਕਟਰ VR ਸਿਨਹਾ DUI ਪੰਜਾਬ ਯੂਨੀਵਰਸਿਟੀ ਤੇ ਚੇਅਰਮੈਨ UBS ਬਿਲਕੁਲ ਝੂਠ ਬੋਲ ਰਹੇ ਸੀ। ਲੇਕਿਨ ਝੂਠ ਬੋਲਣਾ ਸ਼ਾਇਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਧਿਕਾਰੀਆਂ ਦਾ ਇੱਕ ਹੱਕ ਹੀ ਬਣ ਚੁੱਕਿਆ ਹੈ। ਤੇ ਦੂਜੀ ਗੱਲ ਰਹੀ ਸਕੋਰ ਦੀ ਇਹਦੇ ਵਿੱਚ ਸਵਾਲ ਸੀ ਕਿ ਕੀ ਉਹਨਾਂ ਦੇ 10% ਸੀ ਜਾਂ ਨਹੀਂ, ਜੋ ਇਹ ਦੱਸ ਨਹੀਂ ਰਹੇ। ਫਿਰ ਮੈਂ ਮੰਗਿਆ ਸੀ ਕਿ ਉਹਨਾਂ ਦੀ ਸਕੋਰ ਸ਼ੀਟ ਜਿਹੜੀ ਹੈ ਕੈਟ ਦੀ ਉਹ ਦਿਖਾਈ ਜਾਵੇ, ਜਿੱਥੋਂ ਸਪਸ਼ਟ ਹੋ ਜਾਏਗਾ ਕਿ ਤਿੰਨੇ ਕੰਪੋਨੈਂਟਾਂ ਦੇ ਵਿੱਚ 10% ਸਕੋਰ ਹੈ ਜਾਂ ਨਹੀਂ। ਇਹਨਾਂ ਨੇ ਉਹ ਵੀ ਨਹੀਂ ਦਿੱਤੀ। ਜਦ ਅਨਆਫੀਸ਼ੀਅਲੀ ਉਹ ਸਕੋਰ ਸ਼ੀਟ ਜਿਹੜੀ ਕਿ ਤੁਸੀਂ ਦਰਸ਼ਕਾਂ ਨੂੰ ਸਕਰੀਨਸ਼ਾਟ ਦਿਖਾ ਸਕਦੇ ਹੋ ਦਿਖਾਈ ਗਈ, ਤਾਂ ਉਹਦੇ ਵਿੱਚ ਇੱਕ ਕੰਪੋਨੈਂਟ ਦੇ ਵਿੱਚ ਸਪਸ਼ਟ ਤੌਰ ਤੇ 10% ਤੋਂ ਨੰਬਰ ਘੱਟ ਸੀ। ਫਿਰ ਇਹਨਾਂ ਨੂੰ ਇਹ ਕਿਹਾ ਕਿ ਘੱਟੋ ਘੱਟ ਤੁਸੀਂ ਜਾਂ ਤਾਂ ਇਹ ਮੰਨੋ ਕਿ ਜਿਹੜੀ ਸਕੋਰ ਸ਼ੀਟ ਅਸੀਂ ਕੱਢੀ ਹੈ ਇਹ ਗਲਤ ਹੈ ਹੀ ਨਹੀਂ, ਜੇ ਹੈ ਤਾਂ ਫਿਰ ਇਹਦੇ ਵਿੱਚ 10% ਨਹੀਂ ਹੈ। ਔਰ ਇਸ ਤੋਂ ਵੀ ਵੱਡਾ ਇੱਕ ਸਵਾਲ ਆਇਆ ਕਿ ਇਹਨਾਂ ਨੂੰ ਮੈਂ ਬਾਰ-ਬਾਰ ਪੁੱਛ ਰਿਹਾ ਸੀ ਕਿ ਜਿਹੜਾ 3 ਦੇ ਵਿੱਚੋਂ ਇੱਕ ਕੰਪੋਨੈਂਟ ਹੈ VARS, ਜਿਹਦੇ ਵਿੱਚ ਮੇਰਾ ਕਹਿਣਾ ਕਿ ਇਹਨਾਂ ਦੇ 10% ਦੀ ਬਜਾਏ 9.53% ਸਕੋਰ ਬਣਦੇ ਨੇ। ਇਹ ਐਲੀਜੀਬਿਲਟੀ ਕਿਹਨੇ ਤੈਅ ਕੀਤੀ? ਉਹ ਕਿਹੜੇ ਇਨਸਾਨ ਸੀਗੇ ਜਿਨ੍ਹਾਂ ਨੇ ਸਕੋਰ ਕੈਲਕੂਲੇਟ ਕਰਕੇ 10% ਬਣਾਇਆ? ਉਹਨਾਂ ਦਾ ਨਾਂ ਦੱਸਿਆ ਜਾਵੇ। ਇਹ ਨਾਂ ਵੀ ਦੱਸਣ ਤੋਂ ਭੱਜ ਰਹੇ ਨੇ। ਖੈਰ ਐਨੀਵੇ ਮੈਂ ਆਪਣੇ ਲੈਵਲ ਤੇ ਉਹ ਵੀ ਪਤਾ ਕਰ ਲਿਆ, ਉਹ UIT ਦੇ ਪ੍ਰੋਫੈਸਰ ਹਰੀਸ਼ ਕੁਮਾਰ ਨੇ ਕੋਈ, ਜਿਨ੍ਹਾਂ ਨੇ ਐਲੀਜੀਬਿਲਟੀ ਕੈਲਕੂਲੇਟ ਕੀਤੀ ਸੀ। ਹੁਣ ਮੈਥਮੈਟਿਕਸ ਦੇ ਪ੍ਰਿੰਸੀਪਲਸ ਦੇ ਆਧਾਰ ਤੇ ਜੋ ਉਹਨਾਂ ਦੇ ਨੰਬਰ ਆਏ ਇਹ 9.53 ਬਣਦੇ ਨੇ, ਲੇਕਿਨ ਪ੍ਰੋਫੈਸਰ ਹਰੀਸ਼ ਕੁਮਾਰ UIT ਦੇ ਮੁਤਾਬਕ ਇਹ 10% ਤੋਂ ਵੱਧ ਬਣਦੇ ਨੇ। ਹੁਣ ਇਹ ਵੀ ਹੀ ਯੂਨੀਵਰਸਿਟੀ ਦੱਸ ਸਕਦੀ ਹੈ ਕਿ ਜਿਹੜੀ ਚੀਜ਼ 10% ਤੋਂ ਘੱਟ ਬਣਦੀ ਹੈ ਉਹ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕਿਹੜੀਆਂ ਕੈਲਕੂਲੇਸ਼ਨ, ਕਿਹੜੀ ਸਾਇੰਸ ਜਾਂ ਟੈਕਨੋਲੋਜੀ ਯੂਜ਼ ਕੀਤੀ ਜਿਹਦੇ ਨਾਲ ਉਹਨੂੰ 10% ਤੋਂ ਉੱਪਰ ਕਰਤਾ। ਤਾਂ ਅੱਜ ਵੀ ਪਬਲਿਕ ਇਹ ਜਾਣਨਾ ਚਾਹੁੰਦੀ ਹੈ ਕਿ ਜੇ ਗਾਰਵਿਤ ਸ਼ਰਮਾ ਦੇ ਕੈਟ ਦੇ ਸਕੋਰ ਇੱਕ ਕੰਪੋਨੈਂਟ ਦੇ ਵਿੱਚ 10% ਤੋਂ ਘੱਟ ਸੀਗੇ ਤਾਂ ਉਹਨਾਂ ਦੀ ਐਡਮਿਸ਼ਨ ਕਿਵੇਂ ਹੋਈ? ਤੇ ਜੇ ਇਹਨਾਂ ਨੇ ਘੱਟੋ ਘੱਟ ਉਹਦਾ ਕੈਂਡੀਡੇਚਰ ਦੇਖਣ ਤੋਂ ਬਾਅਦ 10% ਤੋਂ ਘੱਟ ਐਡਮਿਸ਼ਨ ਦੇਣੀ ਸੀ ਤਾਂ ਐਡਵਰਟਾਈਜ਼ਮੈਂਟ ਦੇ ਵਿੱਚ ਅਮੈਂਡਮੈਂਟ ਕਰਕੇ ਓਪਨ ਕਰ ਦਿੰਦੇ ਪਬਲਿਕ ਨੂੰ ਕਿ ਦੇਸ਼ ਦਾ ਹਰ ਨਾਗਰਿਕ ਜਿਹਦੇ ਕੈਟ 'ਚ 10% ਤੋਂ ਵੀ ਘੱਟ ਉਹ ਵੀ ਅਪਲਾਈ ਕਰ ਸਕਦਾ, ਕਿਉਂਕਿ ਅਸੀਂ ਜਿਸ ਦੀ ਐਡਮਿਸ਼ਨ ਕਰਨੀ ਹੈ ਉਹਦੇ 10% ਤੋਂ ਘੱਟ ਨੇ, ਉਹਨਾਂ ਨੂੰ ਘੱਟੋ ਘੱਟ ਅਪਲਾਈ ਕਰਨ ਦਾ ਮੌਕਾ ਤਾਂ ਦਿੱਤਾ ਜਾਂਦਾ। ਇਹਨਾਂ ਨੇ ਉਹ ਵੀ ਨਹੀਂ ਦਿੱਤਾ। ਫਿਰ ਇਹ ਕਹਿ ਰਹੇ ਨੇ ਕਿ ਜਿਹੜਾ ਕੈਟ ਦਾ ਸਕੋਰ ਹੈ ਜਾਂ ਟੋਟਲ ਸਕੋਰ ਹੈ ਜਿਹਦੇ ਆਧਾਰ ਤੇ ਕੈਂਡੀਡੇਟ ਰਿਜੈਕਟ ਹੋਈ ਜਾਂ ਉਹਦਾ ਦਾਖਲਾ ਕੀਤਾ ਗਿਆ ਉਹ ਵੀ ਅਸੀਂ ਓਪਨ ਨਹੀਂ ਕਰਾਂਗੇ, ਉਹ ਪਰਸਨਲ ਇਨਫੋਰਮੇਸ਼ਨ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸਟੂਡੈਂਟ ਰਿਜੈਕਟ ਹੋਏ ਉਹਨਾਂ ਦਾ ਇਹ ਵੀ ਜਾਣਨ ਦਾ ਹੱਕ ਨਹੀਂ ਕਿ ਉਹਨਾਂ ਦੇ ਟੋਟਲ ਕਿੰਨੇ ਨੰਬਰ ਬਣੇ ਤੇ ਸਿਲੈਕਟ ਹੋਣ ਵਾਲੇ ਬੱਚਿਆਂ ਦੇ ਕਿੰਨੇ ਨੰਬਰ ਬਣੇ, ਤਾਂ ਕਿ ਉਹ ਅੰਦਾਜ਼ਾ ਲਾ ਸਕਣ ਕਿ ਉਹਨਾਂ ਨੂੰ ਧੱਕੇ ਦੇ ਨਾਲ ਹੀ ਬਾਹਰ ਕੱਢ ਦਿੱਤਾ ਗਿਆ ਜਾਂ ਵਾਕਈ ਹੀ ਉਹ ਰਿਜੈਕਟ ਹੋਣੇ ਬਣਦੇ ਸੀ। ਤੇ ਜੇ ਗੱਲ ਕਰੀਏ ਅਸੀਂ ਐਵੀਡੈਂਸ ਦੀ, ਕਿਉਂਕਿ ਅਸੀਂ ਵਿਦਆਊਟ ਪ੍ਰੂਫ ਜਾਂ ਐਵੀਡੈਂਸ ਦੀ ਕੋਈ ਆਪਦੀ ਆਡੀਅנס ਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੰਦੇ, ਤਾਂ ਕਿਸ ਪ੍ਰੂਫ ਦੇ ਮੁਤਾਬਿਕ ਤੌਰ ਤੇ ਤੁਸੀਂ ਕਾਗਜ਼ ਲੈ ਕੇ ਆਏ, ਤੁਸੀਂ ਦੇਖ ਸਕਦੇ ਹੋ। ਇਹ ਆਰਟੀ ਦੀ ਐਪਲੀਕੇਸ਼ਨ ਹੈ ਜੋ 3 ਸਤੰਬਰ ਨੂੰ ਮੈਂ ਪਾਈ ਹੈ, ਜਿਸ ਦੇ ਵਿੱਚ ਮੈਂ ਸਵਾਲ ਪੁੱਛਿਆ ਸੀ। ਸਿੰਪਲ ਸਵਾਲ ਸੀ ਕਿ ਸਕੋਰ ਦੱਸੋ ਜਿਹਦੇ ਬੇਸ ਤੇ ਐਡਮਿਸ਼ਨ ਹੋਈ, ਜੋ ਸਕੋਰ ਦੇ ਬੇਸ ਤੇ ਕੰਪੈਰੀਟਿਵ ਰੈਂਕਿੰਗ ਬਣੀ ਉਹ ਡਿਸਕਲੋਜ਼ ਕੀਤੀ ਜਾਵੇ, ਕਿ ਗਾਰਵਿਤ ਸ਼ਰਮਾ ਦੇ 10% ਸੀ ਜਾਂ ਨਹੀਂ ਉਹ ਸਕੋਰ ਦੱਸਿਆ ਜਾਵੇ, ਉਹ ਕੈਲਕੂਲੇਸ਼ਨ ਦਿਖਾਈ ਜਾਵੇ ਅਤੇ ਉਹਦੀ ਸਕੋਰ ਸ਼ੀਟ ਦਿਖਾਈ ਜਾਵੇ। ਇਹ ਆਰਟੀ ਐਪਲੀਕੇਸ਼ਨ ਸੀ ਜਿਸ ਦੇ ਵਿੱਚ ਕੋਈ ਜਵਾਬ ਨਹੀਂ ਆਇਆ। ਫਸਟ ਅਪੀਲ ਪਾਈ ਤਾਂ 13 ਅਕਤੂਬਰ ਨੂੰ DUI ਪ੍ਰੋਫੈਸਰ VR ਸਿਨਹਾ, ਜਿਨ੍ਹਾਂ ਦੇ ਕੋਲ 4 ਸੀ UBS ਦੇ ਚੇਅਰਮੈਨਸ਼ਿਪ ਦਾ, ਉਹ ਜਵਾਬ ਦੇ ਰਹੇ ਨੇ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਾ ਈਮੇਲ ਡੇਟਡ 3/9/21 ਹੈਜ਼ ਨਾਟ ਬੀਨ ਰਿਸੀਵਡ ਬਾਈ UBS, ਕਿ ਤੁਹਾਡੀ ਆਰਟੀ ਦੀ ਐਪਲੀਕੇਸ਼ਨ ਮਿਲੀ ਹੀ ਨਹੀਂ। ਨੰਬਰ 2, the information regarding points 1 to 5 cannot be provided as the same is exempted from disclosure। ਮਤਲਬ ਕੁਝ ਵੀ ਜੋ ਮੰਗਿਆ ਗਿਆ ਰਿਕਾਰਡ ਹੈ ਉਹ ਆਰਟੀ ਦੇ ਦਾਇਰੇ 'ਚ ਨਹੀਂ ਆਉਂਦਾ, ਇਸ ਕਰਕੇ ਦੇਣ ਦੀ ਵੀ ਲੋੜ ਨਹੀਂ, ਨਾ ਐਪਲੀਕੇਸ਼ਨ ਮਿਲੀ ਤੇ ਨਾ ਇਨਫੋਰਮੇਸ਼ਨ ਦੇਣ ਦੀ ਲੋੜ ਹੈ। ਜਦੋਂ ਅੱਗੇ ਫਿਰ ਇਸ ਤੇ ਆਰਗੂਮੈਂਟ ਹੋਏ ਤਾਂ ਇਹ ਜਵਾਬ ਆ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਲਿਸਟ ਆਫ ਕੈਂਡੀਡੇਟਸ ਐਡਮਿਟਡ ਵਿਦ देयर ਰੈਂਕ ਐਂਡ ਸਕੋਰ। ਜਵਾਬ ਹੈ ਦਾ ਸਕੋਰ ਆਫ ਦਾ ਅਫੋਰਸਡ ਐਪਲੀਕੈਂਟਸ ਇਜ਼ ਨਾਟ ਅਵੇਲੇਬਲ ਵਿਦ UBS, ਕਿ ਸਕੋਰ UBS ਕੋਲ ਹੈ ਹੀ ਨਹੀਂ। UBS ਦੇ ਵਿੱਚ ਦਾਖਲਾ ਹੋ ਰਿਹਾ ਤੇ UBS ਡਿਪਾਰਟਮੈਂਟ ਦੇ ਵਿੱਚ ਉਹਨਾਂ ਬੱਚਿਆਂ ਦਾ ਸਕੋਰ ਹੀ ਹੈ ਨਹੀਂ ਜਿਨ੍ਹਾਂ ਦਾ ਦਾਖਲਾ ਹੋਇਆ। ਫਿਰ ਮੈਂ ਪੁੱਛਿਆ ਸੀ ਕਿ ਇਹ ਜਿਹੜਾ ਹੈ ਗਰੁੱਪ ਡਿਸਕਸ਼ਨ, ਪਰਸਨਲ ਇੰਟਰਵਿਊ, ਉਹ ਸਾਰੇ ਜੋੜ ਕੇ ਜੋ ਸਕੋਰ ਬਣਿਆ ਉਹ ਦਿਖਾਇਆ ਜਾਵੇ, ਉਹ ਵੀ UBS ਦੇ ਵਿੱਚ ਨਹੀਂ ਹੈ। ਇਸ ਤੋਂ ਬਾਅਦ ਮੈਂ ਇਹਨਾਂ ਨੂੰ ਪੁੱਛਿਆ ਸੀ
disclose the official designation, official address and teaching oblique administrative positions held by mother of Garvit Sharma in this university. ਉਹ ਵੀ ਕਹਿੰਦੇ ਆਰਟੀ ਦੇ ਦਾਇਰੇ 'ਚ ਨਹੀਂ ਆਉਂਦੇ। ਇਹ ਵੀ ਦੱਸਣ ਤੋਂ ਭੱਜ ਰਹੇ ਨੇ ਕਿ ਜਿਸ ਬੱਚੇ ਤੇ ਦੋਸ਼ ਲੱਗੇ ਨੇ ਕੈਂਡੀਡੇਟ ਤੇ ਕਿ ਉਹਦੀ ਐਡਮਿਸ਼ਨ ਗਲਤ ਤਰੀਕੇ ਨਾਲ ਹੋਈ ਹੈ, ਉਹਦਾ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਰਿਸ਼ਤਾ ਹੈ ਜਾਂ ਨਹੀਂ, ਉਹ ਵੀ ਨਹੀਂ ਦੱਸ ਰਹੇ। ਤੇ ਇਹ ਵੀ ਬਾਅਦ ਦੇ ਵਿੱਚ ਜਦੋਂ ਫੇਰ ਆਰਟੀਆਂ ਪਈਆਂ ਉਹਦੇ ਵਿੱਚ ਵੀ ਸਪਸ਼ਟ ਕਰ ਰਹੇ ਦੈਟ ਦਾ ਇਨਫੋਰਮੇਸ਼ਨ ਸੌਟ ਬਾਏ ਆਰਟੀ ਐਪਲੀਕੈਂਟ ਇਜ਼ ਨਾਟ ਅਵੇਲੇਬਲ। ਯਾਨੀ ਯੂਵੀਐਸ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਜੋ ਮੰਗੀ ਗਈ ਹੈ। ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਕਿਸੇ ਟਾਈਮ ਤੇ ਯੂਬੀਐਸ ਦੇ ਵਿੱਚ ਇੱਕ ਬੋਰਡ ਆਫ ਕੰਟਰੋਲ ਹੈ ਜੋ ਐਡਮਿਸ਼ਨ ਕਰਦਾ ਹੈ। ਉਹਨਾਂ ਦੇ ਇੱਕ ਮੈਂਬਰ ਨੇ ਵੀ ਸਵਾਲ ਉਠਾਏ ਸੀ ਮੀਟਿੰਗ ਦੇ ਵਿੱਚ। ਜਿਸ ਬੋਰਡ ਨੇ MBA ਦੇ ਵਿੱਚ ਐਡਮਿਸ਼ਨ ਕੀਤੀ, ਉਸ ਬੋਰਡ ਦਾ ਇੱਕ ਮੈਂਬਰ ਸਵਾਲ ਉਠਾ ਰਿਹਾ ਹੈ ਕਿ ਇੱਕ ਕੈਂਡੀਡੇਟ ਤੇ ਦੋਸ਼ ਲੱਗੇ ਨੇ ਜਿਹੜਾ ਕਿ ਆਪਣੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਬੇਟਾ ਹੈ ਕਿ ਉਸ ਦੇ ਸਕੋਰ 10% ਨਹੀਂ ਹੈ, ਇਸ ਕਰਕੇ ਉਹਦੀ ਸਕੋਰ ਸ਼ੀਟ ਓਪਨ ਕੀਤੀ ਜਾਵੇ, ਪਰ ਨਹੀਂ ਕੀਤੀ। ਹੁਣ ਜਿਹੜੇ ਲੋਕ ਐਡਮਿਸ਼ਨ ਦੇ ਰਹੇ ਨੇ ਜੇ ਉਹਨਾਂ ਨੂੰ ਹੀ ਰਿਕਾਰਡ ਨਹੀਂ ਦਿਖਾਇਆ ਜਾ ਰਿਹਾ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਦਾਲ 'ਚ ਕੁਝ ਕਾਲਾ ਹੈ ਜਾਂ ਦਾਲ ਹੀ ਕਾਲੀ ਹੈ। ਤੇ ਇਸ ਇਸ਼ੂ ਬਾਰੇ ਜੇ ਅਸੀਂ ਗੱਲ ਕਰੀਏ ਤੇ ਹੁਣ ਤੁਹਾਡੇ ਫਰਦਰ ਐਕਸ਼ਨ ਜੋ ਹੈ ਉਹ ਕੀ ਰਹੂਗਾ? ਉਹ ਇਹ ਹੈ ਕਿ ਪਿਛਲੇ 2 ਸਾਲ ਤੋਂ ਮੈਂ ਲੱਗਿਆ ਹਾਂ, ਲਗਾਤਾਰ ਰਿਕਾਰਡ ਕਢਵਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਤੇ ਸ਼ਿਕਾਇਤਾਂ ਵੀ ਪਾ ਰਹੇ ਹਾਂ, ਪਰ ਕੋਈ ਕਾਰਵਾਈ ਨਹੀਂ ਹੋਈ। ਜਿਹੜੇ ਪਿਛਲੇ ਵਾਈਸ ਚਾਂਸਲਰ ਸੀ ਪ੍ਰੋਫੈਸਰ ਰਾਜਕੁਮਾਰ, ਨਾ ਉਹਨਾਂ ਨੂੰ ਸਿਰਫ ਮੈਂ ਕੰਪਲੇਂਟਾਂ ਪਾਈਆਂ, ਨਾ ਉਹਨਾਂ ਨੂੰ ਕਾਫੀ ਮੀਡੀਆ ਵਾਲਿਆਂ ਨੇ ਫੋਨ ਕੀਤੇ, ਬਲਕਿ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਇਸੇ ਡਿਪਾਰਟਮੈਂਟ ਦੇ ਇੱਕ ਪ੍ਰੋਫੈਸਰ ਨੇ ਵੀ ਉਹਨਾਂ ਨੂੰ ਈਮੇਲਸ ਪਾਈਆਂ ਸੀ ਕਿ ਇੱਕ ਕੈਂਡੀਡੇਟ ਦੇ ਸਕੋਰ ਤੇ ਸ਼ੱਕ ਹੈ, ਕਾਫੀ ਅਫਵਾਹਾਂ ਨੇ, ਦੋਸ਼ ਲਾਏ ਗਏ ਨੇ ਤੇ ਤੁਸੀਂ ਉਸ ਨੂੰ ਸਪਸ਼ਟ ਕਰੋ ਤੇ ਐਕਸ਼ਨ ਲਓ। ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਕੈਲੰਡਰ ਦੇ ਮੁਤਾਬਕ ਯੂਨੀਵਰਸਿਟੀ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਕਸਟਡੀਅਨ ਹੁੰਦੇ ਨੇ ਤੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਜੇ ਇਹਦੇ ਵਿੱਚ ਕੋਈ ਘਪਲਾ ਜਾਂ ਘੁਟਾਲਾ ਨਹੀਂ ਤਾਂ ਉਹ ਆਪਣੀ ਸਥਿਤੀ ਸਪਸ਼ਟ ਕਰਨ, ਜੇ ਹੇਰਾਫੇਰੀ ਹੈ ਤਾਂ ਉਹਨੂੰ ਰੋਕਣ ਤੇ ਜੇ ਨਹੀਂ ਤਾਂ ਸਥਿਤੀ ਸਪਸ਼ਟ ਕਰਨ। ਪਰ ਪ੍ਰੋਫੈਸਰ ਰਾਜਕੁਮਾਰ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਜਦੋਂ ਅਸੀਂ ਸਮਝਦੇ ਹਾਂ ਕਿ ਕਰਪਸ਼ਨ ਦੇ ਐਲੀਗੇਸ਼ਨ ਦੇ ਦੌਰਾਨ ਉਹਨਾਂ ਤੋਂ ਰਿਜ਼ਾਈਨ ਕਰਵਾ ਕੇ ਉਹਨਾਂ ਨੂੰ ਭੇਜ ਦਿੱਤਾ ਗਿਆ ਤੇ ਇੱਕ ਨਵੇਂ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਜ ਆਏ ਨੇ, ਤਾਂ ਉਮੀਦ ਰੱਖਦੇ ਹਾਂ ਕਿ ਇਸ 'ਤੇ ਕੋਈ ਕਾਰਵਾਈ ਕਰਨਗੇ, ਕਿਉਂਕਿ ਇਹ 2 ਸਾਲ ਦਾ ਕੋਰਸ ਸੀ ਜਿਹਦੇ ਵਿੱਚ 1-2 ਮਹੀਨੇ ਨੂੰ ਛੱਡ ਕੇ ਲਗਭਗ ਪੂਰਾ ਕੋਰਸ ਕੰਪਲੀਟ ਹੋਣ ਵਾਲਾ ਹੈ ਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਜਾਣਬੁੱਝ ਕੇ ਇਸ ਮਾਮਲੇ ਨੂੰ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਸ ਤੋਂ ਪਹਿਲਾਂ ਕਿ ਕੋਈ ਕਾਰਵਾਈ ਹੋਵੇ। ਗਲਤ ਤਰੀਕੇ ਦੇ ਨਾਲ ਐਡਮਿਟ ਕੀਤਾ ਗਿਆ ਵਿਦਿਆਰਥੀ ਆਪਣੀ MBA ਪੂਰੀ ਕਰਕੇ ਨਿਕਲ ਜਾਵੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਵੇਂ 2 ਸਾਲਾਂ ਦੇ ਵਿੱਚੋਂ ਲਗਭਗ 1 ਸਾਲ ਤੇ 10 ਮਹੀਨੇ ਦਾ ਵਕਤ ਪਿਛਲੇ ਅਧਿਕਾਰੀਆਂ ਜਾਂ ਵਾਈਸ ਚਾਂਸਲਰ ਨੇ ਕੱਢ ਦਿੱਤਾ, ਪ੍ਰੈਜ਼ੈਂਟ ਵਾਈਸ ਚਾਂਸਲਰ ਵੀ ਕੋਈ ਕਾਰਵਾਈ ਕਰਨਗੇ ਜਾਂ ਇਸੇ ਤਰੀਕੇ ਦੇ ਨਾਲ ਬਚਿਆ ਖੁਚਿਆ ਵਕਤ ਕੱਢ ਦੇਣਗੇ ਤਾਂ ਕਿ ਗਲਤ ਤਰੀਕੇ ਦੇ ਨਾਲ ਦਾਖਲ ਹੋਇਆ ਵਿਦਿਆਰਥੀ ਆਪਣਾ ਕੋਰਸ ਪੂਰਾ ਕਰ ਸਕੇ। ਇਹ ਸੀ ਸਾਡੇ ਨਾਲ RK ਸਿੰਗਲਾ ਜੀ ਜਿਨ੍ਹਾਂ ਨੇ ਐਡਮਿਸ਼ਨ ਤੋਂ ਰਿਲੇਟਡ ਸਾਡੇ ਨਾਲ ਇਸ਼ੂ ਡਿਸਕਸ ਕੀਤਾ। Thank you Signal ji for giving your time to us. For more information and updates follow PU Pulse. Thank you.